पढ़ेंगे कुलसियों की पत्री। ਅੱਜ ਦੇ ਧਿਆਨ ਲਈ ਅਸੀਂ ਪੜਾਂਗੇ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਕੁਲਸੀਆਂ ਦੀ ਪੱਤਰੀ एक अध्याय, ਇੱਕ ਅਧਿਆਏ उसका 28 वचन। ਉਸ ਦਾ 28 ਵਚਨ। हालेलुया। पंजाबी च बोलो। ਕੁਲਸੀਆਂ ਦੀ ਪੱਤਰੀ ਇੱਕ ਅਧਿਆਏ ਉਸ ਦਾ 28 ਵਚਨ। ਹਾਲੇਲੂਇਆ। ਜਿਹਦੀ ਅਸੀਂ ਖਬਰ ਦਿੰਦੇ ਹਾਂ ਅਤੇ ਹਰੇਕ ਮਨੁੱਖ ਨੂੰ ਚਿਤਾਰਦੇ ਅਤੇ ਹਰੇਕ ਮਨੁੱਖ ਨੂੰ ਪੂਰੇ ਗਿਆਨ ਨਾਲ ਉਪਦੇਸ਼ ਦਿੰਦੇ ਹਾਂ कि ਅਸੀਂ ਹਰੇਕ ਮਨੁੱਖ ਨੂੰ ਮਸੀਹ ਵਿੱਚ ਸਿੱਧ ਕਰਕੇ पेश करिए, जिसका प्रचार करके हम हर एक मनुष्य को चेतावनी देते हैं और सारे ज्ञान से हर एक मनुष्य को सिखाते हैं कि हम हर एक व्यक्ति को मसीह में सिद्ध करके उपस्थित करें। प्रार्थना करें। प्रार्थना करांगे। स्वर्गीय पिता, स्वर्गीय पिता जी, हम आपका धन्यवाद देते हैं। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। प्रभु वचन आप ही का है, ਪ੍ਰਭੂ ਵਚਨ ਤੁਹਾਡਾ ਹੈ, लोग आपके हैं। ਲੋਕ ਵੀ ਤੁਹਾਡੇ ਹੀ हे ਹਨ। पिता, ਇਹ ਪਿਤਾ, तेरे वचन के भेदों को तू प्रकट कर। ਤੁਸੀਂ ਆਪਣੇ ਵਚਨ ਦੇ ਭੇਤਾਂ ਨੂੰ ਪ੍ਰਗਟ ਕਰ ਦਿਓ। प्रभु यीशु मसीह के नाम से एक एक जन की बुद्धि खुल जाए। ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਇੱਕ ਇੱਕ ਵਿਅਕਤੀ ਦੀ ਬੁੱਧੀ ਖੁੱਲ ਜਾਏ। प्रभु ਪ੍ਰਭੂ आपका वचन में समझ में आए। ਤੁਹਾਡਾ ਵਚਨ ਸਾਨੂੰ ਸਮਝ ਵਿੱਚ ਆਏ। पिताजी, ਪਿਤਾ ਜੀ, हमारी विनती को ग्रहण करें। ਸਾਡੀ ਬੇਨਤੀ ਨੂੰ ਤੁਸੀਂ ਕਬੂਲ ਕਰ ਲਓ। यीशु मसीह के पवित्र नाम से मांगते हैं। ਯੀਸ਼ੂ ਮਸੀਹ ਦੇ ਪਵਿੱਤਰ ਨਾਮ ਦੇ ਵਿੱਚ ਅਸੀਂ ਮੰਗਦੇ ਹਾਂ। आमीन, ਆਮੀਨ। हालेलुया। ਹਾਲੇਲੂਇਆ। देखिए, ਧਿਆਨ ਦੇਈਏ। कुलसियां 1 का 28। कुलसियां 1 का 28। ਕੋਲੋਸੀਅੰਸ ਚੈਪਟਰ 1 ਵਰਸ 28। ਕੁਲਸੀਆਂ ਦੀ ਪੱਤਰੀ ਇੱਕ ਅਧਿਆਏ ਉਸ ਦਾ 28 ਵਚਨ। इसमें बहुत सी बातें हैं। ਇਸ ਵਿੱਚ ਬਹੁਤ ਸਾਰੀਆਂ ਗੱਲਾਂ ਹਨ। आप थोड़ा सुनेंगे और पढ़ने वाले ही पढ़ेंगे। ਤੁਸੀਂ ਸੁਣੋਗੇ ਤੇ ਪੜਨ ਵਾਲੇ ਹੀ ਇਸ ਵਚਨ ਨੂੰ ਪੜਨਗੇ। आपने कुलसियां 1 का 28 पढ़ लिया है, अभी आपका ध्यान ऊपर जाएगा। ਤੁਸੀਂ ਕੁਲਸੀਆਂ 1 ਦਾ 28 ਵਚਨ ਨੂੰ ਪੜ ਲਿਆ ਹੈ। ਹੁਣ ਤੁਸੀਂ ਆਪਣਾ ਧਿਆਨ ਉੱਪਰ ਰੱਖਣਾ ਹੈ। हाँ, अभी हम इसको खोलेंगे। ਤੇ ਅਸੀਂ ਹੁਣ ਇਸ ਵਚਨ ਨੂੰ ਖੋਲਾਂਗੇ। इसमें क्या क्या है? ਇਸ ਵਿੱਚ ਕੀ ਕੀ ਹੈ? जी हाँ, हिंदी में। जिसका प्रचार करके, देखिए, ਧਿਆਨ ਦਈਏ। सबसे पहले लिखा है जिसका प्रचार करके। ਸਭ ਤੋਂ ਪਹਿਲਾਂ ਲਿਖਿਆ ਹੈ ਜਿਸ ਦੀ ਅਸੀਂ ਖਬਰ ਦਿੰਦੇ ਹਾਂ। हम हर एक मनुष्य को चेतावनी देते हैं। देखिए, ਅਤੇ ਹਰੇਕ ਮਨੁੱਖ ਨੂੰ ਚਿਤਾਰਦੇ ਹਾਂ। दूसरी बात है चेतावनी देते हैं। ਦੂਸਰੀ ਗੱਲ ਹਰ ਇੱਕ ਮਨੁੱਖ ਨੂੰ ਚਿਤਾਰਦੇ ਹਾਂ। पहली बात है हम प्रचार करते हैं। ਪਹਿਲੀ ਗੱਲ ਹੈ ਅਸੀਂ ਖਬਰ ਦਿੰਦੇ ਹਾਂ। हाँ, और सारे ज्ञान से हर एक मनुष्य को सिखाते हैं। फिर तीसरी बात है सारे ज्ञान से हर एक मनुष्य को सिखाते हैं। ਪਹਿਲੀ ਗੱਲ ਹੈ ਜਿਸ ਦੀ ਅਸੀਂ ਖਬਰ ਦਿੰਦੇ ਹਾਂ। ਦੂਸਰੀ ਗੱਲ ਹੈ ਅਸੀਂ ਹਰੇਕ ਮਨੁੱਖ ਨੂੰ ਚਿਤਾਰਦੇ ਹਾਂ। ਤੀਸਰੀ ਗੱਲ ਹੈ ਹਰੇਕ ਮਨੁੱਖ ਨੂੰ ਪੂਰੇ ਗਿਆਨ ਨਾਲ ਉਪਦੇਸ਼ ਦਿੰਦੇ ਹਾਂ। हाँ, कि हम हर एक व्यक्ति को मसीह में सिद्ध करके उपस्थित करें। देखिए, लास्ट बात, ਤੇ ਆਖਰੀ ਗੱਲ ਧਿਆਨ ਦਈਏ। ये सब कुछ इसके लिए करते हैं ਇਹ ਸਭ ਕੁਝ ਇਸ ਲਈ ਅਸੀਂ ਕਰਦੇ ਹਾਂ कि एक एक भाई बहन को ਭਈ ਇੱਕ ਇੱਕ ਭੈਣ ਭਰਾ ਨੂੰ सिद्ध बनाकर ਮਸੀਹ ਵਿੱਚ ਸਿੱਧ ਬਣਾ ਕੇ फिर प्रभु के सामने खड़ा कर देते ਤੇ हैं। ਪ੍ਰਭੂ ਦੇ ਸਾਹਮਣੇ ਪੇਸ਼ ਕਰ ਦਿੰਦੇ ਹਾਂ। प्रभु को बोलते हैं, ਪ੍ਰਭੂ ਨੂੰ ਆਖਦੇ ਹਾਂ, प्रभु जी, ਪ੍ਰਭੂ ਜੀ मैंने इसको तैयार किया है। ਮੈਂ ਇਸ ਨੂੰ ਤਿਆਰ ਕੀਤਾ ਹੈ। देख लो, ਦੇਖ ਲਓ कितनी बड़ी सेवकाई है। ਇਹ ਕਿੰਨੀ ਵੱਡੀ ਸੇਵਕਾਈ ਹੈ। तो प्रभु के दास ने, ਪ੍ਰਭੂ ਦੇ ਦਾਸ ਨੇ, अभी आपको बात समझ में आया? कुलसियां का 28 उसका मेन विषय क्या है? ਤੇ ਹੁਣ ਤੁਹਾਨੂੰ ਸਮਝ ਲੱਗੀ ਕਿ ਸਾਡਾ ਇਹਨਾਂ ਸਭਾਵਾਂ ਦਾ ਮੁੱਖ ਵਿਸ਼ਾ ਕੀ ਹੈ। हर एक मनुष्य को सिद्ध करके प्रभु के सामने
पेश करना है। ਹਰੇਕ ਮਨੁੱਖ ਨੂੰ ਸਿੱਧ ਕਰਕੇ ਪ੍ਰਭੂ ਦੇ ਸਾਹਮਣੇ ਪੇਸ਼ ਕਰਨਾ ਹੈ। यह है विषय, ਇਹ ਹੈ ਵਿਸ਼ਾ, सिद्ध होना। ਸਿੱਧ ਹੋਣਾ। आमीन। ਆਮੀਨ। सिद्ध किसको किया जाता है? ਸਿੱਧ ਕਿਸ ਨੂੰ ਕੀਤਾ ਜਾਂਦਾ ਹੈ? जिसमें थोड़ा सा वाल्विंग होते हैं ना, ਜਿਹਦੇ ਵਿੱਚ ਵਲ ਵਿੰਗ ਹੁੰਦੇ ਆ, उसको सीधा किया जाता है। ਉਹਨੂੰ ਸਿੱਧਾ ਕੀਤਾ ਜਾਂਦਾ ਹੈ। सीधा शब्द पंजाबी का जो है, ਪੰਜਾਬੀ ਦੇ ਵਿੱਚ ਜੋ ਸਿੱਧਾ ਸ਼ਬਦ ਹੈ, उसमें कभी कभी भाई लोग दारू पी के गाली देते हैं या उल्टा सीधा बोलते हैं। ਕਈ ਵਾਰ ਭਾਈ ਲੋਕ ਜਦੋਂ ਸ਼ਰਾਬ ਪੀ ਕੇ ਗਾਲਾਂ ਕੱਢਦੇ ਆ ਜਾਂ ਉਲਟੇ ਸਿੱਧੇ ਸ਼ਬਦ ਬੋਲਦੇ ਆ, तो बहन बोलती है अगर मैं पुलिस स्टेशन चलेगी ना तो आपको सीधा करवा दूंगी। ਤਾਂ ਭੈਣ ਕਹਿੰਦੀ ਆ ਜੇ ਮੈਂ ਪੁਲਿਸ ਥਾਣੇ ਚਲੇਗੀ ਤੇ ਮੈਂ ਤੈਨੂੰ ਸਿੱਧਾ ਕਰਵਾ ਦੂੰਗੀ। वो एक है सीधा, ਇੱਕ ਉਹ ਸਿੱਧਾ ਆ, यानी मारपीट आएगी तो आप फिर माफिया मांगता रहेगा। ਜਿਸ ਦਾ ਮਤਲਬ ਹੈ ਕਿ ਜਦੋਂ ਤੇਰੀ ਮਾਰ ਕੁੱਟ ਹੋਈ ਫਿਰ ਤੂੰ ਮਾਫੀਆਂ ਮੰਗਦਾ ਫਿਰੇਗਾ, उसको उसकी भाषा में है सीधा। ਤੇ ਉਹ ਉਸ ਦੀ ਭਾਸ਼ਾ ਦੇ ਵਿੱਚ ਹੈ ਸਿੱਧਾ। लेकिन इधर में ਪਰ ਇੱਧਰ हमारे प्राण आत्मा में, ਸਾਡੀ ਪ੍ਰਾਣ ਅਤੇ ਆਤਮਾ ਦੇ ਵਿੱਚ हमारे स्वभाव जो बिगड़ा हुआ स्वभाव है, ਸਾਡਾ ਸੁਭਾਅ ਜੋ ਵਿਗੜਿਆ ਹੋਇਆ ਸੁਭਾਅ ਹੈ, उस स्वभाव को यीशु के स्वभाव में लाने के लिए ਉਸ ਸੁਭਾਅ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਸੁਭਾਅ ਦੇ ਵਰਗਾ ਬਣਾਉਣ ਦੇ ਲਈ हर एक वचन आपको सिखाना है और आपने वचन को ग्रहण करते हुए अपनी घटियों कमियों को छोड़ते जाना है। उसको बोलते हैं सिद्ध होना। ਹਰੇਕ ਵਚਨ ਤੁਹਾਨੂੰ ਸਿਖਾਉਣਾ ਹੈ ਤੇ ਤੁਸੀਂ ਉਸ ਵਚਨ ਨੂੰ ਨਰਮਾਈ ਦੇ ਨਾਲ ਆਪਣੇ ਜੀਵਨ ਦੇ ਵਿੱਚ ਕਬੂਲ ਕਰਨਾ ਹੈ। ਉਸ ਨੂੰ ਕਹਿੰਦੇ ਹੈ ਸਿੱਧ ਹੋਣਾ। तो आपके अंदर रोज रोज वचन सीखते समय थोड़ा थोड़ा बदलाव आना है। ਤੁਹਾਡੇ ਅੰਦਰ ਹਰ ਦਿਨ ਪਰਮੇਸ਼ਵਰ ਦੇ ਵਚਨ ਨੂੰ ਸਿੱਖਦੇ ਹੋਏ ਥੋੜਾ ਥੋੜਾ ਬਦਲਾਵ ਹੁੰਦਾ ਜਾਣਾ ਹੈ। आमीन। ਆਮੀਨ। बात समझ में आई कि ਗੱਲ नहीं? ਦੀ ਸਮਝ ਲੱਗੀ? हाँ या ना बोलो। ਹਾਂ ਜਾਂ ਨਾ ਬੋਲੀਏ ਸਭ। कुछ समझ में आया? ਕੋਈ ਸਮਝ ਲੱਗੀ? आप इस पैलेस में किसके लिए आए हैं? ਤੁਸੀਂ ਇਸ ਪੈਲਸ ਦੇ ਵਿੱਚ ਕਾਹਤੋਂ ਆਏ ਹੋ? भाई लोग एक बार ਭਾਈ में ਭਾਈ ਦੱਸਣਗੇ। सिद्ध होने के लिए या टेढ़े होने के लिए? ਸਿੱਧੇ ਹੋਣ ਦੇ ਲਈ ਜਾਂ ਟੇਢੇ ਹੋਣ ਦੇ ਲਈ? हाँ या ना? ਹਾਂ ਜਾਂ ਨਾ? हम सबको सिद्ध बनना है, ਆਪਾਂ ਸਾਰਿਆਂ ਨੇ ਸਿੱਧ ਹੋਣਾ ਹੈ। होना है, ਹੋਣਾ ਹੈ। ਭੈਣਾ ਬੋਲੀਏ होना है। ਹੋਣਾ ਹੈ। क्यों? ਕਿਉਂ? मत्ती 5 का 48। ਮੱਤੀ ਦੀ ਇੰਜੀਲ 5 ਅਧਿਆਏ ਉਸ ਦਾ 48 ਵਚਨ। मैथ्यू चैप्टर 5 वर्स 48। ਮੱਤੀ ਦੀ ਇੰਜੀਲ 5 ਅਧਿਆਏ ਉਸ ਦਾ 48 ਵਚਨ। क्योंकि हमारे पिता की इच्छा है हम सिद्ध बने। ਕਿਉਂਕਿ ਸਾਡੇ ਸਵਰਗੀ ਪਿਤਾ ਦੀ ਇੱਛਾ ਹੈ ਕਿ ਅਸੀਂ ਸਿੱਧ ਬਣ ਜਾਈਏ। पढ़िएगा। ਪੜ੍ਹੀਏ। ਸੋ ਜਿਵੇਂ ਤੁਹਾਡਾ ਸੁਰਗੀ ਪਿਤਾ ਸੰਪੂਰਨ ਹੈ ਤਿਵੇਂ ਤੁਸੀਂ ਵੀ ਸੰਪੂਰਨ ਹੋਵੋ। इसलिए चाहिए कि तुम सिद्ध बनो जैसा तुम्हारा स्वर्गीय पिता सिद्ध है। हालेलुया। ਹਾਲੇਲੂਇਆ। क्यों सिद्ध बनना है? ਕਿਉਂ ਸਿੱਧ ਬਣਨਾ ਹੈ? क्योंकि हमारा स्वर्गीय पिता सिद्ध। ਕਿਉਂਕਿ ਸਾਡਾ ਸਵਰਗੀ ਪਿਤਾ ਸਿੱਧ ਹੈ। इंग्लिश में शब्द है परफेक्ट, ਅੰਗਰੇਜ਼ੀ ਦੇ ਵਿੱਚ ਸ਼ਬਦ ਆਇਆ ਹੈ ਪਰਫੈਕਟ, यानी ਮਤਲਬ जिसमें कोई भी कमी है नहीं, ਮਤਲਬ ਜਿਸ ਦੇ ਵਿੱਚ ਕੋਈ ਵੀ ਕਮੀ ਹੈ ਨਹੀਂ, बिल्कुल सिद्ध। ਬਿਲਕੁਲ ਸੰਪੂਰਨ ਸਿੱਧ। आमीन। ਆਮੀਨ। थोड़ा कुछ समझ में आ रहा है? ਥੋੜੀ ਬਹੁਤ ਸਮਝ ਲੱਗ ਰਹੀ ਹੈ? हमारा पिता क्या है? ਸਾਡਾ ਪਿਤਾ ਕੀ ਹੈ? एकदम सिद्ध। ਇੱਕਦਮ ਪੂਰਾ ਸਿੱਧ। अभी पिता के पास हम आए हैं। ਹੁਣ ਪਿਤਾ ਦੇ ਕੋਲ ਅਸੀਂ ਆਏ ਹਾਂ। कैसे? ਕਿਵੇਂ? पिता का हम पर अनुग्रह हुआ है। ਉਸ ਪਿਤਾ ਦੀ ਕਿਰਪਾ ਸਾਡੇ ਉੱਤੇ ਹੋਈ ਹੈ। पिता ने हमारे पास सत्य वचन भेजा है। ਪਿਤਾ ਨੇ ਸਾਡੇ ਕੋਲ ਆਪਣੇ ਸੱਚਾਈ ਦੇ ਵਚਨ ਨੂੰ ਘੱਲਿਆ ਹੈ। जब परमेश्वर ने अपने दासों को हमारे पास भेजा है, ਜਦੋਂ ਪਰਮੇਸ਼ਵਰ ਨੇ ਆਪਣੇ ਦਾਸਾਂ ਨੂੰ ਸਾਡੇ ਕੋਲ ਘੱਲਿਆ ਹੈ, फिर
हमने प्रचार सुना है। ਤੇ ਫਿਰ ਉਹਨਾਂ ਦੇ ਦੁਆਰਾ ਅਸੀਂ ਪ੍ਰਚਾਰ ਸੁਣਿਆ ਹੈ। इसलिए पौलुस कहता है जिसका प्रचार करके, ਇਸ ਲਈ ਪੌਲਸ ਕਹਿੰਦਾ ਹੈ ਜਿਸ ਦੀ ਅਸੀਂ ਖਬਰ ਦਿੰਦੇ ਹਾਂ, यानी हमने आपको प्रचार किया है। ਮਤਲਬ ਅਸੀਂ ਤੁਹਾਨੂੰ ਪ੍ਰਚਾਰ ਕੀਤਾ ਹੈ। प्रचार किसका किया है? ਪ੍ਰਚਾਰ ਕਿਸ ਦਾ ਕੀਤਾ ਹੈ? कि प्रभु यीशु मसीह कौन है। ਕਿ ਪ੍ਰਭु ਯੀਸ਼ੂ ਮਸੀਹ ਕੌਣ ਹੈ। आमीन। ਆਮੀਨ। यही तो प्रभु के दास के द्वारा प्रभु की आत्मा ने बताया है ना। ਇਹੀ ਤੇ ਪ੍ਰਭੂ ਦੇ ਦਾਸ ਦੇ ਦੁਆਰਾ ਪਰਮੇਸ਼ਰ ਦੇ ਆਤਮਾ ਨੇ ਦੱਸਿਆ ਹੈ। उन्होंने ये भेद खोला है ਉਹਨਾਂ ਨੇ ਇਹ ਭੇਤ ਖੋਲਿਆ ਹੈ जो कुलसियों के लोगों को लिख रहा है ਜੋ ਕੁਲਸੀਆਂ ਦੇ ਲੋਕਾਂ ਨੂੰ ਲਿਖ ਰਿਹਾ ਹੈ कि हम प्रचार करके आपको प्रभु के पास लाए हैं। ਕਿ ਅਸੀਂ ਪ੍ਰਚਾਰ ਕਰਕੇ ਤੁਹਾਨੂੰ ਪ੍ਰਭੂ ਦੇ ਕੋਲ ਲੈ ਕੇ ਆਏ ਹਾਂ। किसका प्रचार किया है? ਕਿਸ ਦਾ ਪ੍ਰਚਾਰ ਕੀਤਾ ਹੈ कि प्रभु यीशु कौन है। ਕਿ ਪ੍ਰਭੂ ਯੀਸ਼ੂ ਮਸੀਹ ਕੌਣ ਹੈ। तो उनके द्वारा प्रभु ने आपको समझाया कि पहले पौलुस को पता चल गया प्रभु यीशु कौन है। ਤੇ ਉਹਨਾਂ ਦੇ ਦੁਆਰਾ ਪ੍ਰਭੂ ਦੇ ਆਤਮਾ ਨੇ ਸਿਖਾਇਆ ਕਿ ਸਭ ਤੋਂ ਪਹਿਲਾਂ ਪੌਲਸ ਨੂੰ ਖੁਦ ਪਤਾ ਲੱਗਾ ਕਿ ਪ੍ਰਭੂ ਯੀਸ਼ੂ ਕੌਣ ਹੈ। यही है भेद की नहीं। ਇਹੀ ਹੈ ਭੇਤ। आप सोच के देखो यही सीखा है आपने। ਤੁਸੀਂ ਸੋਚ ਕੇ ਦੇਖੋ ਇਹੀ ਸਿੱਖਿਆ ਹੈ। मैं तो अलग रूम में प्रार्थना कर रहा था। ਮੈਂ ਤਾਂ ਉਸ ਕਮਰੇ ਦੇ ਵਿੱਚ ਬੈਠ ਕੇ ਅਲੱਗ ਪ੍ਰਾਰਥਨਾ ਕਰ ਰਿਹਾ ਸੀ। मुझे तो उधर ही समझ में आ गया। ਮੈਨੂੰ ਤਾਂ ਉਧਰ ਬੈਠੇ ਸਮਝ ਲੱਗ ਗਈ। आप तो सामने बैठे थे। ਤੁਸੀਂ ਤਾਂ ਸਾਹਮਣੇ ਬੈਠੇ ਸੀ। आपको तो बहुत ज्यादा समझ में आया ਤੁਹਾਨੂੰ होगा। ਤਾਂ ਬਹੁਤ ਜ਼ਿਆਦਾ ਸਮਝ ਲੱਗੀ ਹੋਵੇਗੀ। लेकिन इधर में लिखा है सुनने वाले कान होने चाहिए। ਪਰ ਪ੍ਰਭੂ ਦੇ ਵਚਨ 'ਚ ਲਿਖਿਆ ਕਿ ਇੱਕ ਮਨੁੱਖ ਦੇ ਸੁਣਨ ਵਾਲੇ ਕੰਨ ਹੋਣੇ ਚਾਹੀਦੇ ਆ। ध्यान लगाएगा तो समझ आएगी। ਜੇਕਰ ਧਿਆਨ ਦੇ ਕੇ ਸੁਣੇਗਾ ਤਾਂ ਸਮਝ ਵੀ ਲੱਗੇਗੀ। समझने वाला मन चाहिए। ਤੇ ਵਚਨਾਂ ਨੂੰ ਸਮਝਣ ਵਾਲਾ ਮਨ ਚਾਹੀਦਾ ਹੈ। क्योंकि ये पवित्र स्वर्ग का वचन है। ਕਿਉਂਕਿ ਇਹ ਸਵਰਗ ਦਾ ਪਵਿੱਤਰ ਵਚਨ ਹੈ। इसकी लाखों करोड़ों रुपए से भी अधिक कीमत है। ਇਹ ਲੱਖਾਂ ਕਰੋੜਾਂ ਰੁਪਈਆਂ ਦੇ ਨਾਲੋਂ ਵੀ ਬਹੁਮੁੱਲਾ ਹੈ। इसको समझना आसान बात नहीं है। ਇਹਨਾਂ ਵਚਨਾਂ ਨੂੰ ਸਮਝਣਾ ਆਸਾਨ ਗੱਲ ਨਹੀਂ ਹੈ। इसलिए हम बोलते हैं प्रभु हमारी समझ को खोल दे। ਇਸ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਤੂੰ ਸਾਡੀ ਸਮਝ ਨੂੰ ਖੋਲ ਦੇ। जब इसकी समझ आती है तो अंदर आनंद से भर जाता है। ਜਦੋਂ ਇਸ ਦੀ ਸਮਝ ਲੱਗਦੀ ਹੈ ਤਾਂ ਸਾਡਾ ਮਨ ਆਨੰਦ ਨਾਲ ਭਰ ਜਾਂਦਾ ਹੈ। अंधेरा दूर हो जाता है। ਹਨੇਰਾ ਦੂਰ ਚਲਾ ਜਾਂਦਾ ਹੈ। रोशनी आ जाती है। ਅੰਦਰ ਚਾਨਣ ਆ ਜਾਂਦਾ ਹੈ। सारा बोझ खत्म हो जाता है। ਸਾਰਾ ਮਨ ਤੋਂ ਬੋਝ ਖਤਮ ਹੋ ਜਾਂਦਾ ਹੈ। हम नए बन जाते हैं। ਅਸੀਂ ਨਵੇਂ ਬਣ ਜਾਂਦੇ ਹਾਂ। पाप के कारण मरे हुए के अंदर जीवन आ जाता है। ਪਾਪ ਦੇ ਕਾਰਨ ਮਰਿਆ ਹੋਇਆਂ ਦੇ ਅੰਦਰ ਜੀਵਨ ਆ ਜਾਂਦਾ ਹੈ। किसके द्वारा? ਕਿਸ ਦੇ ਦੁਆਰਾ? जीवते वचन के द्वारा। ਜਿਉਂਦੇ ਵਚਨ ਦੇ ਦੁਆਰਾ। ये जीवता वचन है। ਇਹ ਜਿਉਂਦਾ ਵਚਨ ਹੈ। पाप के कारण मरे लोगों को जीवन देने वाला है। ਪਾਪ ਦੇ ਕਾਰਨ ਮਰੇ ਹੋਏ ਲੋਕਾਂ ਨੂੰ ਜੀਵਨ ਦੇਣ ਵਾਲਾ। आपको जीवन नहीं महसूस हो रहा तो हमारी कोई गलती नहीं। ਪਰ ਜੇਕਰ ਤੁਹਾਨੂੰ ਜੀਵਨ ਮਹਿਸੂਸ ਨਹੀਂ ਹੋ ਰਿਹਾ ਤੇ ਇਹਦੇ ਵਿੱਚ ਸਾਡੀ ਗਲਤੀ ਨਹੀਂ। अगर अंदर काम करता है तो ਪਰ ਜੇ ਵਚਨ ਅੰਦਰ ਕੰਮ ਕਰਦਾ ਹੈ फिर आनंद से हम बोलते हैं ਫਿਰ हालेलुया। ਆਨੰਦ ਨਾਲ ਭਰ ਕੇ ਅਸੀਂ ਬੋਲਦੇ ਹਾਂ ਹਾਲੇਲੂਇਆ। स्तुति करते हैं। ਸਤੁਤੀ ਕਰਦੇ ਹਾਂ। नहीं तो फिर गुंगों की कलीसिया हमने देखी है। ਨਹੀਂ ਤਾਂ ਫਿਰ ਗੂੰਗਿਆਂ ਦੀ ਕਲੀਸਿਆ ਅਸੀਂ ਵੇਖੀ ਹੈ। बोलने वाली तो थी कलीसिया। ਕਲੀਸਿਆ ਤਾਂ ਬੋਲਣ ਵਾਲੀ ਸੀ। फिर हम बोले कि यहाँ पे गूंगे हैं दुआ करेंगे। ਫਿਰ ਅਸੀਂ ਕਵਾਂਗੇ ਇੱਥੇ ਗੂੰਗੇ ਆ ਇਹਨਾਂ ਲਈ ਦੁਆ ਕਰੀਏ। क्योंकि वचन समझ में आया ही नहीं। ਕਿਉਂਕਿ ਵਚਨ ਦੀ ਸਮਝ ਨਹੀਂ ਲੱਗੀ। मुंह से तारीफ निकला ही नहीं। ਮੂੰਹ ਚੋਂ ਤਾਰੀਫ ਸਤੁਤੀ ਨਿਕਲੀ ਨਹੀਂ। फालतू की बातें मैंने कितनों को कहा गाड़ी में बैठ गए ना घरवाले से। ਮੈਂ ਵੇਖਿਆ ਫਾਲਤੂ ਦੀਆਂ ਗੱਲਾਂ ਮੈਂ ਕਈਆਂ ਨੂੰ ਦੇਖਿਆ ਘਰਿਆਲਿਓ ਗੱਡੀ ਦੇ ਵਿੱਚ ਬੈਠ ਗਏ भिक्खी विंड आता तो कान में बातें ही करते ਤੇ रहे। ਭਿੱਖੀ ਵਿੰਡ ਆਉਂਦੇ ਤੱਕ ਕੰਨਾਂ ਦੇ ਵਿੱਚ ਗੱਲਾਂ ਹੀ ਚੱਲਦੀਆਂ ਰਹਿਣਗੀਆਂ। पता नहीं कौन सी बातें हैं। ਪਤਾ ਹੀ ਨਹੀਂ ਲੱਗਦਾ ਕਿਹੜੀਆਂ ਗੱਲਾਂ। अरे वचन समझ में आ गया तो मुंह से तारीफ निकलता है। ਪਰ ਜੇ ਵਚਨ ਦੀ ਸਮਝ ਲੱਗੇਗੀ ਤਾਂ ਮੂੰਹ ਚੋਂ ਤਾਰੀਫ ਨਿਕਲਦੀ ਹੈ। साथ वाले ढीले ढाले लोगों को भी कान में तारीफ जाती है। ਨਾਲ ਦੇ ਜਿਹੜੇ ਢਿੱਲੇ ਢਿੱਲੇ ਬੈਠੇ ਹੁੰਦੇ ਉਹਨਾਂ ਦੇ ਕੰਨਾਂ ਦੇ ਵਿੱਚ ਵੀ ਤਾਰੀਫ ਦੀ ਆਵਾਜ਼ ਜਾਂਦੀ ਹੈ। उसको समझ लगती है इसको वचन समझ में आ रहा ਤੇ है। ਉਹਨੂੰ ਵੀ ਸਮਝ ਲੱਗ ਜਾਂਦੀ ਮੇਰੇ ਨਾਲ ਬੈਠੇ ਨੂੰ ਤਾਂ ਵਚਨ ਦੀ ਸਮਝ ਲੱਗ ਰਹੀ ਹੈ। आप ऐसे चुपचाप बैठे रहे। ਤੁਸੀਂ ਇਸੇ ਤਰ੍ਹਾਂ ਚੁੱਪਚਾਪ ਬੈਠੇ ਰਹੇ आप तुरी की आवाज कभी सुनेंगे नहीं। ਤਾਂ ਫਿਰ ਤੁਸੀਂ ਤੁਰੀ ਦੀ ਆਵਾਜ਼ ਨੂੰ ਵੀ ਕਦੇ ਸੁਣੋਗੇ ਨਹੀਂ। जो जागता है आत्मा में वो ही तुरी की आवाज सुनेगा। ਜਿਹੜਾ ਆਤਮਾ ਦੇ ਵਿੱਚ ਜਾਗਦਾ ਹੈ ਉਹੀ ਤੁਰੀ ਦੀ ਆਵਾਜ਼ ਨੂੰ ਸੁਣੇਗਾ। वचन कहता है तुरी फूंकी जाएगी। ਵਚਨ ਆਖਦਾ ਹੈ ਤੁਰੀ ਫੂਕੀ ਜਾਏਗੀ। मरे हुए जीवित हो जाएंगे। ਮਰੇ ਹੋਏ ਜੀ ਉੱਠਣਗੇ। आत्मा में मरे शरीर में मरे। ਆਤਮਾ 'ਚ ਮਰੇ ਸਰੀਰ ਦੇ ਵਿੱਚ ਮਰੇ। हेलो ਹੈਲੋ कुछ समझ में आ रहा है? ਕੁਝ ਸਮਝ ਲੱਗ ਰਹੀ ਹੈ?
पौलुस को एक बात बोला, ਪੌਲਸ ਨੂੰ ਇੱਕ ਗੱਲ ਬੋਲੀ, मैं यीशु हूं ਮੈਂ ਯੀਸ਼ੂ ਹਾਂ जिसको तू सता रहा है। ਜਿਸ ਨੂੰ ਤੂੰ ਸਤਾਉਂਦਾ ਹੈ। बस ਬਸ उसको थोड़ी प्रचार किया है, ਉਸ ਨੂੰ ਪ੍ਰਚਾਰ ਨਹੀਂ ਕੀਤਾ। उसकी बुद्धि खुल गई। ਇੰਨੇ ਸ਼ਬਦ ਸੁਣ ਕੇ ਉਸ ਦੀ ਬੁੱਧ ਖੁੱਲ ਗਈ। वो बात सुनकर समझने लगा, ਉਹ ਗੱਲ ਨੂੰ ਸੁਣ ਕੇ ਸਮਝਣ ਲੱਗਾ, जिस यीशु से मैं नफरत करता था, ਜਿਸ ਯੀਸ਼ੂ ਦੇ ਨਾਲ ਮੈਂ ਨਫ਼ਰਤ ਕਰਦਾ ਸੀ, जिस मरियम को मैं दोषी बनाता था, ਜਿਸ ਮਰੀਮ ਨੂੰ ਮੈਂ ਤੁੱਛ ਸਮਝਦਾ ਸੀ, वो वचन यशायाह की पुस्तक में पूरा हो गया। ਉਹ ਜੋ ਯਸ਼ਾਇਆ ਦੀ ਪੁਸਤਕ ਦੇ ਵਿੱਚ ਵਚਨ ਲਿਖਿਆ ਸੀ ਉਹ ਪੂਰਾ ਹੋ ਗਿਆ। वो हमारी भविष्यता में पुराने नियम में लिखा था कुंवारी गर्भवती होगी। ਪੁਰਾਣੇ ਨੇਮ ਦੇ ਵਿੱਚ ਲਿਖਿਆ ਸੀ ਕਿ ਵੇਖੋ ਇੱਕ ਕੁਆਰੀ ਗਰਭਵਤੀ ਹੋਵੇਗੀ। मैं तो बहुत फरीसी बनता था, ਮੈਂ ਤਾਂ ਬਹੁਤ ਫਰੀਸੀ ਬਣਦਾ ਸੀ, लेकिन भाइयों बहनों आज मुझे समझ में आ ਪਰ गया। ਭੈਣੋ ਤੇ ਭਾਈਓ ਅੱਜ ਮੈਨੂੰ ਸਮਝ ਲੱਗ ਗਈ। वो मुझे समझ में आ गया, स्त्री की संतान जो पहले भविष्यवाणी थी वो पूरी हो गई। ਮੈਨੂੰ ਸਮਝ ਲੱਗ ਗਈ ਜੋ ਤੀਵੀਂ ਦੀ ਸੰਤਾਨ ਬਾਰੇ ਭਵਿੱਖਬਾਣੀ ਕੀਤੀ ਗਈ ਸੀ ਉਹ ਪੂਰੀ ਹੋ ਗਈ। वो स्त्री की संतान का भविष्यवाणी, यशायाह की भविष्यवाणी मरियम के द्वारा पूरी हो गई है। ਜੋ ਤੀਵੀਂ ਦੀ ਸੰਤਾਨ ਬਾਰੇ ਭਵਿੱਖਬਾਣੀ ਕੀਤੀ ਗਈ, ਯਸ਼ਾਇਆ ਦੇ ਦੁਆਰਾ ਭਵਿੱਖਬਾਣੀ ਕੀਤੀ ਗਈ, ਉਹ ਪੂਰੀ ਹੋ ਗਈ ਹੈ। हुई है कि नहीं? ਹੋਈ ਹੈ ਜਾਂ ਨਹੀਂ? बोलिए। बोलेंगे क्या हम? हालेलुया। बोल बोल के हालेलुया बुलाया तो क्या फायदा है? जेकर बोल बोल के हालेलुया बुलाया तो की फायदा? परमेश्वर का आत्मा भेद खोल रहा है। परमेश्वर दा आत्मा भेदां नु खोल रहा है। पौलुस को समझ के आया, पौलुस नु समझ की लगी जब यीशु मसीह ने प्रेरित लोगों की बुद्धि खोली, जदों प्रभु यीशु ने रसूलां दी बुद्ध नु खोलिया, उनको बताया जबूर में, भजन संहिता उन्हां नु में, आख्या जबूरां दे विच, नबियों की पत्रियों में, नबियां दी पुस्तकां दे विच वो मेरे विषय में लिखा हुआ है। मेरे बारे लिखा होया है। बुद्धि खुलेगी तो पुराना नियम नया नियम समझ में आ जाएगा। जदों बुद्ध खुल जाएगी फिर पुराना नेम नवा नेम समझ लग जाएगा। पौलुस की भीतर की आंखें खुल गई। पौलुस दी अंदर दी अखां खुल गईयां। तेरे वचन के खुलने से प्रकाश होता है। तेरे वचनां दा खुलना चानन दिंदा है। ये भोले लोगों को भी समझ देता है, ते सीधे सादे लोकां नूं भी समझ बख्शदा है। गांव में रहने वाले लोग, पिंडां दे विच रहण वाले लोक, स्कूल में गए नहीं, ਜਿਹੜੇ ਕਦੇ ਸਕੂਲ ਗਏ ਨਹੀਂ, भाई हो बहन हो, ਭੈਣਾ होवे ते भाਵੇਂ ਭਾਈ ਹੋਣ, इनको क्या आ गई है? ਇਹਨਾਂ ਨੂੰ ਵੀ ਕੀ ਆ ਗਈ ਹੈ? समझ आ गई। समझ आ गई। किस बात की? किस गल दी? जो यशायाह के द्वारा भविष्यवाणी हुई थी, जो यशाया नबी दे द्वारा भविष्यवाणी हुई सी, जो सिंहासन में बैठा था, जो सिंहासन दे उत्ते बैठा सी, जिसके सामने दूत कांपते थे, जिस दे सामने दूत कंबदे सन, वही यीशु बन के आया है। यीशु बैतलहम दे विच आया है। ये था भेद। ऐसी भेत, ये बात किसको समझ में आई? इस गल दी किस नु समझ लगी? पौलुस को। पौलुस नु। इसलिए शेर की मेहनत खड़ा हो गया। इसलिए वो शेर दी तरह खड़ा हो गया। आमीन आमीन। प्रभु ने बुद्धि खोल दी। प्रभु ने बुद्ध खोल दी। मुझे नहीं मालूम आपकी बुद्धि खोली है कि नहीं। पर मैनू नहीं पता ताड़ी भी बुद्ध खुली है या नहीं। बुद्धि खुलेगी तो स्तुति तारीफ, जदों बुद्ध खुल जाती फिर अंदरों स्तुति तारीफ निकलती है अपने आप, अपने आप ही। नहीं तो ऐसे बैठे रहेंगे, नहीं तो चुपचाप बैठे रहोगे। फिर हमको दुनिया की बातें समझ आएगी। सानू फिर दुनिया दी गल्लां दी तां समझ लगेगी। बहुत लगती है, ते लगदी भी बहुत है। मोबाइल की भी समझ लगती है, मोबाइल की, मोबाइल दी भी समझ लगती है, भैंस की समझ लगती है, मज्जां दी बड़ी समझ लगती है, पैसे की समझ आती है, पैसे दी बड़ी समझ लगती है। लेकिन प्रभु की बातें समझ में नहीं आती। पर प्रभु दे वचन दियां गल्लां दी समझ नहीं लगदी। कितनी बार वचन सुना है, कितनी बार वचन सुनिया है। जितने भी पुराने नियम में नए नियम में लोगों को मारा है, जिन्ने भी पुराने नियम दे और नवे नियम दे लोकां नूं मारिया है, किसने मारा है? किसने मारिया है? किसने मारा है? किसने मारिया है? नशे की गोली ने, नशे दी गोली ने संतों को मारा है ना? संतां नूं मारिया है। हाँ? वो क्या होता है? ਉਹ ਕੀ ਹੁੰਦਾ? ਲੋਭ ਕੀ ਹੁੰਦਾ ਆ?
विश्वासियों को, प्रभु के दास दासियों को मारने के लिए गोली ये है। ਵਿਸ਼ਵਾਸੀਆਂ ਨੂੰ ਤੇ ਪ੍ਰਭੂ ਦੇ ਦਾਸ ਦਾਸੀਆਂ ਨੂੰ ਮਾਰਨ ਦੇ ਲਈ ਗੋਲੀ ਇਹ ਹੈ। आत्मिक तौर पर मरने के लिए ये गोली दे दो, मर जाएंगे। ਆਤਮਿਕ ਤੌਰ ਤੇ ਮਰਨ ਲਈ ਇਹ ਗੋਲੀ ਦੇ ਦਿਓ, ਮਰ ਜਾਣਗੇ। पुराने नियम के लोग मरे, ਪੁਰਾਣੇ ਨੇਮ ਦੇ ਲੋਕ ਮਰੇ, नए के मरे। ਨਵੇਂ ਦੇ ਮਰੇ। किसके कारण? ਕਿਸ ਦੇ ਕਾਰਨ? पैसे का लोभ के कारण। ਪੈਸੇ ਦੇ ਲੋਭ ਦੇ ਕਾਰਨ। हम सच बोल रहे हैं। ਅਸੀਂ ਸੱਚ ਬੋਲ ਰਹੇ ਹਾਂ। आपको मालूम है कोई मरा है? ਤੁਹਾਨੂੰ ਪਤਾ ਕੋਈ ਮਰਿਆ ਹੈ? ना, कोई नहीं मरा। ਤੁਹਾਨੂੰ ਪਤਾ ਕੋਈ ਮਰਿਆ ਪੁਰਾਣੇ ਨੇਮ 'ਚ ਜਾਂ ਨਵੇਂ ਨੇਮ 'ਚ? एक कच्चा पक्का विश्वासी था, ਇੱਕ ਕੱਚਾ ਪੱਕਾ ਵਿਸ਼ਵਾਸੀ ਸੀ। उसको किसी ने बोला, ਉਸ ਨੂੰ ਕਿਸੇ ਨੇ ਆਖਿਆ मुझे एक भाई मिला है। ਮੈਨੂੰ ਇੱਕ ਭਾਈ ਮਿਲਿਆ ਹੈ। वो बोला मेरा बाएं हाथ का खेल है, इसको डबल बना दूंगा। ਉਹ ਕਹਿੰਦਾ ਮੇਰੇ ਖੱਬੇ ਹੱਥ ਦਾ ਕੰਮ ਆ, ਮੈਂ ਇਹਨੂੰ ਡਬਲ ਕਰ ਦੇਵਾਂਗਾ, ਦੁੱਗਣੇ ਕਰ ਦੂੰਗਾ। यानी 100 है तो 200 बना दूंगा। ਮਤਲਬ 100 ਦਾ ਨੋਟ ਦਿਓ ਤੇ ਮੈਂ 200 ਬਣਾ ਦੂੰਗਾ। 20,000 है तो 40 बना दूंगा। 20,000 ਆ ਤੇ ਮੈਂ 40 ਬਣਾ ਦੂੰਗਾ। अगर 40 है तो 80 बना दूंगा। ਜੇ 40 ਤੇ ਮੈਂ 80 ਕਰ ਦੂੰਗਾ। हेलो, ਹੈਲੋ, इसके मन में ये एज वाला है। ਇਹ ਬਜ਼ੁਰਗ ਸੀ, बुजुर्ग इतना भी थोड़ा समझ के काम करती थी, एज वाला है। ਜ਼ਿਆਦਾ ਵੀ ਉਮਰ ਵਾਲਾ ਨਹੀਂ ਸੀਗਾ, ਸਮਝ ਚੰਗੀ ਕੰਮ ਕਰਦੀ ਸੀ ਉਹਦੀ। इसके मन में लड्डू फूटने लगे। ਤੇ ਇਹੋ ਜਿਹੀਆਂ ਗੱਲਾਂ ਸੁਣ ਕੇ ਇਹਦੇ ਮਨ ਦੇ ਵਿੱਚ ਲੱਡੂ ਫੁੱਟਣ ਲੱਗੇ। ये 40,000 घर से ले गया। ਇਹ ਆਪਦੇ ਘਰੋਂ 40,000 ਲੈ ਗਿਆ ये उस आदमी को लेकर मिलने चले गया। ਤੇ ਇਹ ਉਸ ਆਦਮੀ ਨੂੰ ਮਿਲਣ ਦੇ ਲਈ ਚਲਾ ਗਿਆ। उन्होंने बोला ठीक है, अच्छी बात है आप आए, ਉਹ ਕਹਿੰਦੇ ਬਹੁਤ ਵਧੀਆ ਗੱਲ ਤੁਸੀਂ ਆਏ ਆ, लेकिन आप घर में जाकर देखना, ਪਰ ਤੁਸੀਂ ਘਰੇ ਜਾ ਕੇ ਚੈੱਕ करना, रास्ते में नहीं इसको छेड़ना। ਰਾਹ ਦੇ ਵਿੱਚ ਪੈਸਿਆਂ ਨੂੰ ਨਹੀਂ ਛੇੜਨਾ। घर में जाकर कल्ले बैठकर गिनना है। ਘਰੇ ਜਾਣਾ ਤੇ ਇਕੱਲੇ ਬਹਿ ਕੇ ਫਿਰ ਗਿਣਨੇ ਆ। 100 बातें हो जाती, पैसे का काम है। ਪੈਸੇ ਦਾ ਕੰਮ ਆ, 100 ਗੱਲਾਂ ਹੋ ਜਾਂਦੀਆਂ ਐ। ये खुश हो गया, ਇਹ ਖੁਸ਼ ਹੋ ਗਿਆ। उसने असली 40,000 ले लिया। ਉਹਨੇ ਜਿਹੜੇ ਅਸਲੀ 40,000 ਸੀ ਉਹ ਲੈ ਲਏ। एक बंडल बना के नीम के पत्तों का थैली में अच्छी तरह बांध कर उसके हाथ में दे दिया। ਤੇ ਨਿੰਮ ਦੇ ਪੱਤਿਆਂ ਦਾ ਇੱਕ ਬੰਡਲ ਬਣਾ ਕੇ ਚੰਗੀ ਤਰ੍ਹਾਂ ਨਾਲ ਵਲੇਟ ਕੇ ਇਹਦੇ ਹੱਥ 'ਚ ਦੇ ਦਿੱਤਾ। बोला रास्ते में मेरी गारंटी नहीं, अगर आपने देख लिया घर में जाकर देखना। ਉਹ ਕਹਿੰਦਾ ਰਾਹ ਦੇ ਵਿੱਚ ਤੁਸੀਂ ਵੇਖਿਆ ਕੁਝ ਹੋ ਗਿਆ ਤੇ ਮੇਰੀ ਜ਼ਿੰਮੇਵਾਰੀ ਨਹੀਂ, ਘਰੇ ਜਾ ਕੇ ਚੈੱਕ ਕਰਨਾ ਆ। हेलो, ਹੈਲੋ, इसको जरा ध्यान से देखिए। ਇਹਨੂੰ ਧਿਆਨ ਨਾਲ ਦੇਖੀਏ। इसके बारे में बोला था। ਇਸ ਦੇ ਬਾਰੇ ਬੋਲਿਆ ਸੀ। जब घर में आकर देखा, ਜਦੋਂ ਘਰੇ ਆ ਕੇ ਦੇਖਿਆ, दरवाजा बंद करके ਦਰਵਾਜ਼ਾ ਬੰਦ ਕਰਕੇ नीम के पत्तों का बंडल था। ਤੇ ਨਿੰਮ ਦੇ ਪੱਤਿਆਂ ਦਾ ਬੰਡਲ ਸੀ। वो बनने तो पैसे थे, लेकिन नीम बन गई ਉਹ पत्ते। ਬਣ ਤਾਂ ਪੈਸੇ ਜਾਣੇ ਸੀ ਪਰ ਉਹ ਪੱਤੇ ਬਣ ਗਏ। हेलो, ਹੈਲੋ, आप तो चलो संत महात्मा है, ਤੁਸੀਂ ਤਾਂ ਚਲੋ ਸੰਤ ਮਹਾਤਮਾ ਲੋਕ ਹੋ, आप तो इसके ऊपर जय पाए हुए हैं। ਤੁਸੀਂ ਤਾਂ ਪੈਸੇ ਤੇ ਜਿੱਤ ਪਾ ਲਈ ਆ। कान खोलकर सुन लीजिए, ਕੰਨ ਖੋਲ ਕੇ ਸੁਣ ਲਈਏ। आपको यीशु मसीह कौन है उसकी समझ आए। ਯੀਸ਼ੂ ਮਸੀਹ ਕੌਣ ਹੈ ਤੁਹਾਨੂੰ ਇਸ ਗੱਲ ਦੀ ਸਮਝ ਲੱਗੇ। वो समझ आ गई तो ये आपके पाँव के नीचे है। ਜੇਕਰ ਇਹ ਗੱਲ ਦੀ ਸਮਝ ਲੱਗੀ ਤਾਂ ਪੈਸਾ ਤੁਹਾਡੇ ਪੈਰਾਂ ਦੇ ਥੱਲੇ ਹੋਵੇਗਾ। आप इसके पीछे कभी भी नहीं पड़ेंगे। ਤੁਸੀਂ ਕਦੇ ਵੀ ਪੈਸੇ ਦੇ ਪਿੱਛੇ ਭੱਜਦੇ ਨਹੀਂ ਰਹੋਗੇ। आज के जमाने में ठगी ही ठगी हो रही है। ਅੱਜ ਦੇ ਜ਼ਮਾਨੇ ਦੇ ਵਿੱਚ ਠੱਗੀਆਂ ਹੀ ਠੱਗੀਆਂ ਵੱਜ ਰਹੀਆਂ ਆ। भाई लोगों को, बहन लोगों को इतने के फोन आ रहे हैं। ਭੈਣਾਂ ਨੂੰ ਤੇ ਭਾਈਆਂ ਨੂੰ ਇੰਨੇ ਕੁ ਫੋਨ ਆ ਰਹੇ ਆ। आप 10,000 जमा कराओ, ਤੁਸੀਂ 10,000 ਜਮਾ ਕਰਵਾ ਦਿਓ, 1 साल के बाद लाख ले जाओ। 1 ਸਾਲ ਬਾਅਦ ਆ ਕੇ ਲੱਖ ਲੈ ਜਾਓ। हम इतने खुश हो जाते ਅਸੀਂ हैं। ਇੰਨੇ ਖੁਸ਼ ਹੋ ਜਾਂਦੇ ਆ। चलो लाख आ जाएगा। ਚਲੋ ਲੱਖ ਰੁਪਇਆ ਆ ਜਾਏਗਾ। 60,000 की एक्टिवा निकालेंगे जो बिजली वाली है। 60,000 ਦੀ ਇਲੈਕਟ੍ਰੋਨਿਕ ਐਕਟਿਵਾ ਲੈ ਲਾਂਗੇ 40,000 का बेटे बेटी की शादी कर देंगे। ਤੇ 40,000 ਦਾ ਵਿਆਹ ਦੇ ਵਿੱਚ ਲਾ ਦੇਵਾਂਗੇ। 1 साल के बाद वो फोन ही नहीं उठा रहा। 1 ਸਾਲ ਤੇ ਬਾਅਦ ਜਿਹਨੂੰ ਪੈਸੇ ਦਿੱਤੇ ਸੀ ਉਹ ਫੋਨ ਹੀ ਨਹੀਂ ਚੁੱਕਦਾ ਪਿਆ। हो गए ना डबल? ਡਬਲ ਹੋ ਗਏ ਆ। हुए है कि नहीं ਹੋਏ ਆ ਜਾਂ ਨਹੀਂ? मेरे प्रिय भाइयों बहनों? ਮੇਰੇ ਪਿਆਰੇ ਭੈਣੋ ਤੇ ਭਰਾਵੋ, प्रभु का आत्मा हमें समझ देता है। ਪ੍ਰਭੂ ਦਾ ਆਤਮਾ ਸਾਨੂੰ ਸਮਝ ਦਿੰਦਾ ਹੈ। हमारे पास एक सेवक आया, ਸਾਡੇ ਕੋਲ ਇੱਕ ਸੇਵਕ ਆਇਆ उसने फोन कर दिया मेरी माँ सीरियस है। ਤੇ ਉਹਨੇ ਫੋਨ ਕੀਤਾ ਤੇ ਕਿਹਾ ਮੇਰੀ ਮਾਂ ਬਹੁਤ ਸੀਰੀਅਸ ਆ। वो बिहार का था। ਉਹ ਬਿਹਾਰ ਦਾ ਸੀ। तो सामने वाले ने बोला पैसे तो डालूंगा, पहले वीडियो कॉल करके दिखा।
ਤੇ ਜਿਹੜਾ ਸਾਹਮਣੇ ਵਾਲਾ ਸੀ ਉਹਨੇ ਆਖਿਆ ਕਿ ਮੈਂ ਪੈਸੇ ਤਾਂ ਪਾ ਦੂੰਗਾ, ਪਹਿਲਾਂ ਮੈਨੂੰ ਵੀਡੀਓ ਕਾਲ ਕਰਕੇ ਵਿਖਾ। ना वीडियो कॉल आई ना पैसे पड़े। ਤੇ ਨਾ ਹੀ ਵੀਡੀਓ ਕਾਲ ਆਈ ਤੇ ਨਾ ਹੀ ਉਹਨਾਂ ਫਿਰ ਦੁਬਾਰਾ ਪੈਸੇ ਪਾਏ। एक और हमारा सेवक था, ਇੱਕ ਹੋਰ ਸਾਡਾ ਸੇਵਕ ਸੀ, उसको पता नहीं क्या बोल दिया, उधर माँ बोला, उधर बोला मेरी बेटी बहुत सीरियस है। ਤੇ ਉਸ ਸਾਡੇ ਸੇਵਕ ਨੂੰ ਫੋਨ ਲਾ ਕੇ ਕਹਿ ਦਿੱਤਾ कि मेरी बेटी बहुत बीमार है। 1000 रुपया उसने तरस का डाल दिया। ਉਹਨੂੰ ਤਰਸ ਆਇਆ ਤੇ 1000 ਰੁਪਇਆ ਪਾ ਦਿੱਤਾ। उस सेवक ठग का काम ही यही है। ਉਹ ਤਾਂ ਠੱਗ ਸੀ ਤੇ ਉਹਦਾ ਕੰਮ ਹੀ ਇਹ ਸੀ। सेवक है, ਸੇਵਕ ਆ, लेकिन मुझे पता चला बाद में ये ठग भी है। ਤੇ ਮੈਨੂੰ ਬਾਅਦ ਦੇ ਵਿੱਚ ਪਤਾ ਲੱਗਾ ਕਿ ਇਹ ਤਾਂ ਠੱਗ ਆ। मैंने फोन लगाकर बोला, ਮੈਂ ਉਹਨੂੰ ਫੋਨ ਲਾਇਆ ਤੇ ਬੋਲਿਆ कभी भी तू इधर घुसेगा नहीं। ਕਦੇ ਵੀ ਤੂੰ ਹੁਣ ਇੱਧਰ ਆਏਗਾ ਨਹੀਂ। तुझे एक बार मसीह का प्रेम दिखाया, ਤੈਨੂੰ ਪ੍ਰਭੂ ਦਾ ਪਿਆਰ ਵਿਖਾਇਆ, तुझे वचन बताया, ਤੈਨੂੰ ਵਚਨ ਸਿਖਾਇਆ, तू ऐसे काम करता है, ਤੂੰ ਇਸ ਤਰ੍ਹਾਂ ਦੇ ਕੰਮ ਕਰਦਾ ਹੈ। कभी भी ਕਦੇ ਵੀ तू हमारे विश्वासी को भी भूल नहीं करना। ਤੂੰ ਕਿਸੇ ਸਾਡੇ ਵਿਸ਼ਵਾਸੀ ਨੂੰ ਵੀ ਫੋਨ ਨਹੀਂ ਕਰਨਾ। विश्वासी भाई बहनों, ਵਿਸ਼ਵਾਸੀ ਭੈਣੋ ਤੇ ਭਾਈਓ, होशियार हो जाओ, ਹੁਸ਼ਿਆਰ ਹੋ ਜਾਓ, और समझदार बन जाओ। ਸਮਝਦਾਰ ਬਣ ਜਾਓ। तुम्हारा रिश्तेदार भी बोलेगा कि तुमको शेयर मार्केट में हम फंसाने जा रहे हैं, तो सोच में रहना। ਤੁਹਾਡਾ ਕੋਈ ਰਿਸ਼ਤੇਦਾਰ ਵੀ ਤੁਹਾਨੂੰ ਕਵੇ ਕਿ ਤੁਹਾਡੇ ਪੈਸੇ ਮੈਂ ਸ਼ੇਅਰ ਮਾਰਕੀਟ ਦੇ ਵਿੱਚ ਲਵਾ ਦਿੰਨਾ ਆ, आप कुछ तो दिनों में चौकस रहो। आप लाखों में खेलेंगे। ਉਹ ਤੁਹਾਨੂੰ ਲਾਲਚ ਦੇਊਗਾ ਕਿ ਇੱਕ ਵਾਰੀ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਾ ਕੇ ਵੇਖੋ, ਤੁਸੀਂ ਤਾਂ ਲੱਖਾਂ 'ਚ ਖੇਡੋਗੇ। आप अलमारी नहीं लेकर रखो जिसमें पैसे रखने पूरे नहीं आएंगे आपके ਉਹ पर्स ਕਹੂਗਾ में। ਤੁਸੀਂ ਅਲਮਾਰੀ ਨਵੀਂ ਲੈ ਆਓ, ਤੁਹਾਨੂੰ ਪੈਸੇ ਰੱਖਣ ਲਈ ਵੀ ਜਗ੍ਹਾ ਨਹੀਂ ਹੋਣੀਗੀ, ਪੂਰੇ ਨਹੀਂ ਹੋਣੇ। आप अलमारी ले आके रख लेना, फिर पैसे नहीं आएंगे, सूट रख लेना नहीं। ਤੁਸੀਂ ਅਲਮਾਰੀ ਲੈ ਆਇਓ, ਜਦੋਂ ਪੈਸੇ ਨਾ ਆਏ ਤੇ ਫਿਰ ਸੂਟ ਰੱਖਿਓ ਉਹਦੇ ਵਿੱਚ। और क्या करना है? ਹੋਰ ਕਰੋਗੇ ਕੀ? सुन रहे हैं कि नहीं सुन ਸੁਣਦੇ रहे? ਪਏ ਤੁਸੀਂ? इतना पब्लिक में प्रचार करने से भी आप ठगी खा रहे हैं, तो गलती आपकी है। ਇੰਨੀ ਪਬਲਿਕ ਦੇ ਵਿੱਚ ਪ੍ਰਚਾਰ ਕੀਤਾ, ਤੁਸੀਂ ਸੁਣਿਆ ਤੇ ਫਿਰ ਵੀ ਠੱਗੀਆਂ ਖਾਂਦੇ ਫਿਰਦੇ ਆ, गलती ਤੇ आपकी ਗਲਤੀ होगी, ਤੁਹਾਡੀ ਹੋਵੇਗੀ। बाद में नहीं बोलना। ਬਾਅਦ ਦੇ ਵਿੱਚ ਨਹੀਂ ਕਹਿਣਾ। हमें तो किसी सेवक ने भी नहीं बताया, ਸਾਨੂੰ ਤਾਂ ਕਿਸੇ ਸੇਵਕ ਨੇ ਵੀ ਨਹੀਂ ਦੱਸਿਆ, हमको बोल देता। ਸਾਨੂੰ ਸੇਵਕ ਹੀ ਦੱਸ ਦਿੰਦਾ। ठगी होती है। ਠੱਗੀਆਂ ਵੀ ਵੱਜ ਜਾਂਦੀਆਂ ਆ। हेलो, ਹੈਲੋ, अभी कुछ समझ में आ रहा है? ਹੁਣ ਕੋਈ ਸਮਝ ਲੱਗ ਰਹੀ ਹੈ? अभी तारीफ करने की जरूरत नहीं है। ਹੁਣ ਤਾਰੀਫ ਕਰਨ ਦੀ ਲੋੜ ਨਹੀਂ। आपको समझ लगे ना लगे, ਤੁਹਾਨੂੰ ਸਮਝ ਲੱਗੇ ਤੇ ਭਾਵੇਂ ਨਾ ਲੱਗੇ, हमने आपको दिखा दिया है। ਅਸੀਂ ਤੁਹਾਨੂੰ ਇਹ ਨੋਟ ਦਿਖਾ ਦਿੱਤਾ ਆ। अभी तो आपको समझ आ रहा होगा कुर्सी वालों को ये क्या है। ਹੁਣ ਤਾਂ ਕੁਰਸੀ ਵਾਲਿਆਂ ਨੂੰ ਵੀ ਸਮਝ ਲੱਗੀ ਜਾਂਦੀ ਹੋਣੀ ਆ। ये रुमाल है ना? ਇਹ ਰੁਮਾਲ ਆ ਮੇਰੇ ਹੱਥ 'ਚ, रुमाल है ना? ਇਹ ਰੁਮਾਲ ਆ। क्या है ये? ਇਹ ਕੀ ਆ? इसके भी बारे में बोले हैं ये। ਇਹ ਇੰਨੇ ਭੋਲੇ, ਇਹਨਾਂ ਨੂੰ ਨੋਟ ਦੀ ਵੀ ਸਮਝ ਨਹੀਂ ਲੱਗਦੀ। भिक्खीवंड की कलीसिया इतनी भोली वाली है, ਭਿੱਖੀਵਿੰਡ ਦੀ ਕਲੀਸਿਆ ਇੰਨੀ ਭੋਲੀ ਆ, इसका भी पता नहीं है। ਇਹਨਾਂ ਨੂੰ ਤਾਂ ਨੋਟ ਦੀ ਵੀ ਸਮਝ ਨਹੀਂ ਲੱਗਦੀ। क्या करें बेचारे बोले हैं। ਇਹ ਵਿਚਾਰੇ ਭੋਲਿਆਂ ਦਾ ਕੀ ਕਰੀਏ? हम भी बोले मास्टर हैं, ਅਸੀਂ ਵੀ ਭੋਲੇ ਪਾਸਟਰ ਆ, लेकिन आपको समझा रहे हैं तरीके से। ਪਰ ਤੁਹਾਨੂੰ ਤਰੀਕੇ ਨਾਲ ਸਮਝਾ ਰਹੇ ਆ। इससे बच जाए, ਇਹਦੇ ਤੋਂ ਬਚ ਜਾਓ, रुपए के लालच से बच जाए। ਮਾਇਆ ਦੇ ਲੋਭ ਤੋਂ ਬਚ ਜਾਓ। ना ही तो विश्वासी की लॉटरी निकलेगी, ਨਾ ਤਾਂ ਕਿਸੇ ਵਿਸ਼ਵਾਸੀ ਦੀ ਕੋਈ ਲਾਟਰੀ ਨਿਕਲੇਗੀ, ना ही आपका बीमा निकलेगा। ਨਾ ਹੀ ਤੁਹਾਡਾ ਬੀਮਾ ਨਿਕਲੇਗਾ। झूठे फोन आएंगे आपको, ਤੁਹਾਨੂੰ ਝੂਠੇ ਫੋਨ ਆਉਣਗੇ। होश में आ जाइए। ਹੋਸ਼ ਦੇ ਵਿੱਚ ਆ ਜਾਓ। यीशु की बातों को समझे, वो क्या कहता है, ਯੀਸ਼ੂ ਮਸੀਹ ਦੀਆਂ ਗੱਲਾਂ ਨੂੰ ਸਮਝੋ ਕੀ ਕਹਿੰਦੇ ਆ। इसको समझने की कोशिश करें। ਇਹ ਪ੍ਰਭੂ ਦੇ ਵਚਨ ਨੂੰ ਸਮਝਣ ਦੀ ਕੋਸ਼ਿਸ਼ ਕਰੋ। जब तुम मेरे राज और धर्म को ढूंढोगे, ਜਦੋਂ ਤੁਸੀਂ ਮੇਰੇ ਧਰਮ ਤੇ ਰਾਜ ਨੂੰ ਲੱਭੋਗੇ, सारी वस्तुएं तुम्हें खुद दी जाएगी। ਸਾਰੀਆਂ ਵਸਤੂਆਂ ਤੁਹਾਨੂੰ ਆਪੇ ਦਿੱਤੀਆਂ ਜਾਣਗੀਆਂ। ऐसा लिखा है। पौलुस को बात समझ में क्या आया? ਪੌਲਸ ਨੂੰ ਕਿਹੜੀ ਗੱਲ ਸਮਝ ਵਿੱਚ ਆ ਗਈ? ये की बार बोला, ਇੱਕ ਵਾਰ ਹੀ ਆਖਿਆ, मैं यीशु हूं। ਮੈਂ ਯੀਸ਼ੂ ਹਾਂ। बस ਬਸ जब वो सोचने लगा, ਜਦੋਂ ਉਹ ਸੋਚਣ ਲੱਗਾ, 3 दिन लगाए सोचने में, 3 ਦਿਨ ਉਹ ਸੋਚਦਾ ਰਿਹਾ, ना कुछ खाया, ਨਾ ਕੁਝ ਖਾਦਾ, ना कुछ पिया, ਨਾ ਕੁਝ ਪੀਤਾ। उपवास में बैठा रहा। ਉਹ ਵਰਤ ਦੇ ਵਿੱਚ ਬੈਠਾ ਰਿਹਾ, ये वचन उसके आगे घूमते रहे। ਔਰ ਇਹ ਵਚਨ ਉਹਦੇ ਮਨ ਦੇ ਵਿੱਚ ਘੁੰਮਦੇ ਰਹੇ। हे पौलुस, ਏ ਪੌਲਸ, तू तो बोलता है मैं फरीसी हूँ, ਤੂੰ ਤਾਂ ਇਹ ਬੋਲਦਾ ਕਿ ਮੈਂ ਫਰੀਸੀ ਹਾਂ, तू तो बोलता मैंने 3 साल भविष्यता का ज्ञान किया है, ਤੂੰ ਤਾਂ ਇਹ ਕਹਿਣਾ ਕਿ ਮੈਂ 3 ਸਾਲ ਗਮਲੀਏਲ ਦੇ ਚਰਨਾਂ ਦੇ ਵਿੱਚ ਬਹਿ ਕੇ ਵਿਵਸਥਾ ਸਿੱਖੀ ਹੈ। लेकिन उत्पत्ति 3 की 15 समझ ले, ਪਰ ਉਤਪਤੀ 3 ਦੀ 15 ਸਮਝ ਲੈ, वो यशायाह 7 का 14 समझ ले, ਇਸ਼ਾਇਆ 7 ਦਾ 14 ਸਮਝ ਲੈ, उसके साथ साथ लूका 1 का 26 को जोड़ दे। ਤੇ ਉਹਦੇ ਨਾਲ ਹੀ ਲੂਕਾ 1 ਦਾ 36 37 ਨੂੰ ਜੋੜ ਦੇ। फिर ਫਿਰ
जवाब दे। ਫਿਰ ਜਵਾਬ ਦੇ। तब पौलुस को समझ में आ गया। ਤਦ ਪੌਲਸ ਨੂੰ ਸਮਝ ਲੱਗ ਗਈ। आमीन। ਆਮੀਨ। एक ही तो बात बोला था ना, मैं यीशु हूँ ਇੱਕ ਹੀ ਗੱਲ ਬੋਲੀ ਸੀ ਨਾ, ਮੈਂ ਯੀਸ਼ੂ ਹਾਂ जिसको तू सता रहा है। ਜਿਸ ਨੂੰ ਤੂੰ ਸਤਾਉਂਦਾ ਹੈ। ऐसा ही बोला था ना। ਇਸ ਤਰ੍ਹਾਂ ਹੀ ਬੋਲਿਆ ਸੀ ਨਾ। समझ आया कि नहीं आया? ਸਮਝ ਆਈ ਜਾਂ ਨਹੀਂ? इतनी समझ आई, ਇਹ ਨਹੀਂ ਸਮਝ ਆਈ, सब कुछ छोड़ दिया। ਸਭ ਕੁਝ ਛੱਡ ਦਿੱਤਾ। क्यों? ਕਿਉਂ? उसका गहरा प्रेम प्रभु का पौलुस के मन में आ गया। ਪ੍ਰਭੂ ਦਾ ਗੂੜਾ ਪਿਆਰ ਪੌਲਸ ਦੇ ਮਨ ਦੇ ਵਿੱਚ ਆ ਗਿਆ। इसलिए पौलुस बोलता है हम प्रचार करते हैं जिसका, ਇਸ ਲਈ ਪੌਲਸ ਕਹਿੰਦਾ ਜਿਹਦੀ ਅਸੀਂ ਖਬਰ ਦਿੰਦੇ ਹਾਂ। हम शब्द आया है। ਉੱਥੇ ਅਸੀਂ ਸ਼ਬਦ ਆਇਆ ਹੈ। मुझे सुनने वाले प्रिय दास दासियों, ਮੇਰੀ ਆਵਾਜ਼ ਨੂੰ ਸੁਣਨ ਵਾਲੇ ਪਿਆਰੇ ਦਾਸ ਤੇ ਦਾਸੀਓ, डीकनो, एल्डरो, पास्टरो, सीनियर पास्टरो, ਡੀਕਨੋ, ਐਲਡਰੋ, ਪਾਸਟਰ ਔਰ ਸੀਨੀਅਰ ਪਾਸਟਰੋ, आप किसका प्रचार कर रहे हैं? ਤੁਸੀਂ ਕਿਹਦਾ ਪ੍ਰਚਾਰ ਕਰ ਰਹੇ ਹੋ? आप लोगों को क्या बता रहे हैं? ਤੁਸੀਂ ਲੋਕਾਂ ਨੂੰ ਕੀ ਦੱਸ ਰਹੇ ਹੋ? आपको क्या बताना चाहिए? ਤੁਹਾਨੂੰ ਕੀ ਦੱਸਣਾ ਚਾਹੀਦਾ ਹੈ? आपको बताना चाहिए मसीह कौन है। ਤੁਹਾਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਯੀਸ਼ੂ ਮਸੀਹ ਕੌਣ ਹੈ। जब आप बताएंगे, ਜਦੋਂ ਤੁਸੀਂ ਦੱਸੋਗੇ वो मसीह का प्रेम मन में बस जाएगा। ਤਾਂ ਮਸੀਹ ਦਾ ਪਿਆਰ ਲੋਕਾਂ ਦੇ ਮਨਾਂ ਦੇ ਵਿੱਚ ਵਸ ਜਾਏਗਾ। लोग आत्मिक प्यार में पागल हो जाएंगे। ਲੋਕ ਆਤਮਿਕ ਪਿਆਰ ਦੇ ਵਿੱਚ ਪਾਗਲ ਹੋ ਜਾਣਗੇ। आमीन। ਆਮੀਨ। मान लीजिए मैं एक बहन हूं, ਮੰਨ ਲਓ ਮੈਂ ਇੱਕ ਭੈਣ ਹਾਂ मुझे शादी करना है। ਤੇ ਮੈਂ ਵਿਆਹ ਕਰਵਾਉਣਾ ਆ। लड़के के बारे में मुझे खबर मिला, ਤਾਂ ਮੈਨੂੰ ਕਿਸੇ ਲੜਕੇ ਦੇ ਬਾਰੇ ਪਤਾ ਲੱਗਾ। तो बीचवाई आकर क्या बोलता है? ਤਾਂ ਵਿਚੋਲਾ ਆ ਕੇ ਕੀ ਕਹਿੰਦਾ ਹੈ? वो आकर बात ही करता, पहले लड़का नहीं दिखाया उसने। ਵਿਚੋਲੇ ਨੇ ਸਿੱਧਾ ਲੜਕਾ ਨਹੀਂ ਦਿਖਾਇਆ, ਉਹ ਆਣ ਕੇ ਪਹਿਲਾਂ ਗੱਲ ਕਰਦਾ ਹੈ। वो बोलता इतना सुंदर है जैसे बाहरी देश का होता है। ਉਹ ਲੜਕੇ ਦੀ ਤਾਰੀਫ ਕਰਦਿਆਂ ਹੋਇਆ ਕਹਿੰਦਾ ਹੈ ਕਿ ਉਹ ਇੰਨਾ ਕੁ ਸੋਹਣਾ ਆ, ਇੰਜ ਲੱਗਦਾ ਜਿਵੇਂ ਬਾਹਰੋਂ ਆਇਆ ਹੋਵੇ। 5 फुट 7 इंच उसका हाइट है। 5 ਫੁੱਟ ਤੇ 7 ਇੰਚ ਤੱਕ ਉਹਦਾ ਕੱਦ ਆ। वो बीए किया हुआ ਤੇ है। ਉਹਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ वो तो विश्वासी है। ਤੇ ਵਿਸ਼ਵਾਸੀ ਵੀ ਆ। लड़की ये बातें सुनकर उसके मन में बस रही है। ਤੇ ਲੜਕੀ ਇਹ ਗੱਲਾਂ ਨੂੰ ਸੁਣ ਰਹੀ ਹੈ तो उसके ਔਰ मन में ਇਹ ਗੱਲਾਂ ਉਹਦੇ ਮਨ 'ਚ ਆ ਰਹੀਆਂ ਹਨ मन में बस गई तो ਤੇ ਮਨ ਦੇ ਵਿੱਚ ਇਹ ਗੱਲਾਂ ਵਸ ਗਈਆਂ ਤਾਂ वो बोलेगी मम्मी, ਉਹ ਆਖੇਗੀ ਮੰਮੀ, पापा, ਪਾਪਾ, उसकी बात सुनिए आपने, जाकर देख के आ जाओ। ਤੁਸੀਂ ਇਹ ਗੱਲਾਂ ਨੂੰ ਧਿਆਨ ਦਿੱਤਾ ਤੇ ਤੁਸੀਂ ਕਰੋ ਹਾਂ ਪਤਾ। सुन रहे हो? ਸੁਣ ਰਹੇ ਤੁਸੀਂ? लड़का नहीं दिखाया, ਲੜਕਾ ਨਹੀਂ ਦੇਖਿਆ ਜੇ, उसकी तारीफ की बातें किया बीच भाई ਅਜੇ ने। ਤਾਂ ਲੜਕੇ ਦੀ ਤਾਰੀਫ ਹੀ ਵਿਚੋਲੇ ਨੇ ਕੀਤੀ ਹੈ। ऐसा होता है। ਇਸ ਤਰ੍ਹਾਂ ਹੁੰਦਾ ਹੈ ਜਾਂ ਨਹੀਂ? हम उसी समय टेम्पू भर के चले जाते ਤੇ हैं। ਅਸੀਂ ਉਸੇ ਵਕਤ ਹੀ ਟੈਂਪੂ ਭਰ ਕੇ ਲੜਕਾ ਵੇਖਣ ਲਈ ਚਲੇ ਜਾਂਦੇ ਹਾਂ। उदाहरण, ਉਦਾਹਰਣ, आप मेरे प्रिय प्रभु यीशु के विषय में बताते कैसे हो? ਤੁਸੀਂ ਪਿਆਰੇ ਪ੍ਰਭੂ ਯੀਸ਼ੂ ਮਸੀਹ ਦੇ ਬਾਰੇ ਲੋਕਾਂ ਨੂੰ ਦੱਸਦੇ ਕਿਵੇਂ ਹੋ? क्या प्रचार करते हो? ਤੇ ਕੀ ਖਬਰ ਦਿੰਦੇ ਹੋ? अरे आपके प्रचार में इतनी पावर होना चाहिए। ਤੁਹਾਡੇ ਪ੍ਰਚਾਰ ਦੇ ਵਿੱਚ ਇੰਨੀ ਸਾਮਰਥ ਹੋਣੀ ਚਾਹੀਦੀ ਹੈ। उस पवित्र प्रभु के प्यार की तारीफ करते ही वो घुटने टेक ले। ਉਸ ਪਵਿੱਤਰ ਪ੍ਰਭੂ ਦੀ ਤਾਰੀਫ ਕਰਦੇ ਹੀ ਸੁਣਨ ਵਾਲਾ ਗੋਡੇ ਟੇਕ ਦੇ। फेसबुक में बैठकर, ਫੇਸਬੁੱਕ ਦੇ ਉੱਤੇ ਬੈਠ ਕੇ, यूट्यूब में बैठकर YouTube ਦੇ ਉੱਤੇ ਬੈਠ ਕੇ झूठी बातों की बहस बसैया करना क्या प्रचार है? ਝੂਠੀਆਂ ਗੱਲਾਂ ਤੇ ਬਹਿਸਬਾਜ਼ੀ ਕਰਨਾ ਕੀ ਪ੍ਰਚਾਰ ਹੈ? उधार पाए लोगों को बिगाड़ना, ਮੁਕਤੀ ਪਾਏ ਲੋਕਾਂ ਨੂੰ ਵਿਗਾੜਨਾ, ये काम सांप ने अदन का बैठका में किया है। ਤੇ ਇਹੀ ਕੰਮ ਸੱਪ ਨੇ ਅਦਨ ਦੇ ਬਾਗ ਦੇ ਵਿੱਚ ਕੀਤਾ ਹੈ। सच्चाई सुनने वाले विश्वासी भाई बहनों, ਸੱਚਾਈ ਨੂੰ ਸੁਣਨ ਵਾਲੇ ਵਿਸ਼ਵਾਸੀ ਭੈਣੋ ਤੇ ਭਰਾਵੋ, अगर आपको समझ में आ गया यीशु मसीह कौन है, ਜੇਕਰ ਤੁਹਾਨੂੰ ਇਹ ਸਮਝ ਲੱਗੀ ਕਿ ਪ੍ਰਭੂ ਯੀਸ਼ੂ ਮਸੀਹ ਕੌਣ ਹੈ, आपने पाप छोड़कर ਤੁਸੀਂ ਆਪਣੇ ਪਾਪਾਂ ਨੂੰ ਛੱਡ ਕੇ पिता पुत्र पवित्र आत्मा के नाम में डुबकी का बपतिस्मा लिया है, ਤੁਸੀਂ ਪਿਤਾ ਪੁੱਤਰ ਔਰ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ ਡੁਬਕੀ ਦਾ ਬਪਤਿਸਮਾ ਲਿਆ ਹੈ, फिर कोई आपके पास आता है, ਤੇ ਫਿਰ ਕੋਈ ਤੁਹਾਡੇ ਕੋਲ ਆਉਂਦਾ ਹੈ वो बोलता है 2 परमेश्वर हैं। ਤੇ ਆਣ ਕੇ ਕਹਿੰਦਾ ਦੋ ਪਰਮੇਸ਼ਰ ਹੈ। आप समझ लेना, आदम हवा के पास सांप आया था,
अभी ये मनुष्य आया है। ਆ ਤੁਸੀਂ ਸਮਝ ਲੈਣਾ ਕਿ ਆਦਮ ਤੇ ਹਵਾ ਦੇ ਕੋਲ ਸੱਪ ਆਇਆ ਸੀ, ਅੱਜ ਮੇਰੇ ਕੋਲੇ ਮਨੁੱਖ ਆ ਗਿਆ ਹੈ। ये गलत उपदेश वाला शैतान की ओर से आया है। ਇਹ ਜੋ ਗਲਤ ਉਪਦੇਸ਼ ਵਾਲਾ ਸ਼ੈਤਾਨ ਦੇ ਵੱਲੋਂ ਆਇਆ ਹੈ, आपको बोलता है पिता भी नहीं पुत्र भी नहीं, खाली एक यीशु है। ਔਰ ਤੁਹਾਨੂੰ ਆਣ ਕੇ ਕਹਿੰਦਾ ਨਾ ਪਿਤਾ ਆ ਨਾ ਪੁੱਤਰ ਆ ਨਾ ਪਵਿੱਤਰ ਆਤਮਾ, ਸਿਰਫ ਯੀਸ਼ੂ ਹੈ। आपने समझ लेना ये गलत उपदेश वाला है। ਤੁਹਾਨੂੰ ਸਮਝ ਲੱਗ ਜਾਣੀ ਚਾਹੀਦੀ ਹੈ ਗਲਤ ਉਪਦੇਸ਼ ਵਾਲਾ ਆ ਗਿਆ ਹੈ। अभी सांप के अंदर बैठकर नहीं आएगा, ਹੁਣ ਸੱਪ ਦੇ ਦੁਆਰਾ ਨਹੀਂ ਆਏਗਾ, लालच से भरे हुए पैसा कमाने वाले पेट की सेवा करने वाले सेवकों के द्वारा आएगा। ਲਾਲਚ ਦੇ ਨਾਲ ਭਰੇ ਹੋਏ ਪੈਸੇ ਦੇ ਲੋਭੀ ਔਰ ਢਿੱਡ ਭਰਨ ਵਾਲੇ ਸੇਵਕਾਂ ਦੇ ਦੁਆਰਾ ਆਏਗਾ। कितने पेट की सेवा आज भी कर रहे हैं, ਕਿੰਨੇ ਸੇਵਕ ਅੱਜ ਢਿੱਡ ਦੀ ਸੇਵਾ ਕਰ ਰਹੇ ਹਨ, यहोवा परमेश्वर की नहीं, ਯਹੋਵਾ ਪਰਮੇਸ਼ਰ ਦੀ ਨਹੀਂ, संस्था की सेवा कर रहे हैं। ਉਹ ਆਪਣੀ ਸੰਸਥਾ ਦੀ ਸੇਵਾ ਕਰ ਰਹੇ ਹਨ। इनका अंत क्या होगा? ਇਹਨਾਂ ਦਾ ਅੰਤ ਕੀ ਹੋਵੇਗਾ? एक दिन उनको हिसाब देना पड़ेगा। ਇੱਕ ਦਿਨ ਇਹਨਾਂ ਨੂੰ ਹਿਸਾਬ ਦੇਣਾ ਪਏਗਾ। भोले भाले विश्वासियों को गुमराह करने वाले सेवकों का प्रभु न्याय करेगा। ਭੋਲੇ ਭਾਲੇ ਵਿਸ਼ਵਾਸੀਆਂ ਨੂੰ ਗੁੰਮਰਾਹ ਕਰਨ ਵਾਲੇ ਸੇਵਕਾਂ ਦਾ ਪ੍ਰਭੂ ਨਿਆਂ ਕਰੇਗਾ। करेगा कि नहीं करेगा? ਕਰੇਗਾ ਜਾਂ ਨਹੀਂ? सत्य से बहकाने वालों को, ਸੱਚਾਈ ਦੇ ਵਚਨ ਤੋਂ ਭਰਮਾਉਣ ਵਾਲਿਆਂ ਨੂੰ, अपने आप को फेमस करने वाले सेवकों, ਆਪਣੇ ਆਪ ਨੂੰ ਮਸ਼ਹੂਰ ਕਰਨ ਵਾਲੇ ਸੇਵਕੋ, कोई काम नहीं आत्मा जीतने के लिए फेसबुक में बैठे रहते हैं पूरे दिन। ਆਤਮਾ ਜਿੱਤਣ ਦੇ ਲਈ ਤੁਹਾਡੇ ਕੋਲੇ ਟਾਈਮ ਨਹੀਂ ਤੇ ਤੁਸੀਂ ਸਾਰਾ ਦਿਨ ਫੇਸਬੁੱਕ ਤੇ ਬੈਠੇ ਰਹਿੰਦੇ ਹੋ। उल्टी बातें करके लोगों को साथ जोड़ते हो। ਉਲਟੀਆਂ ਉਲਟੀਆਂ ਗੱਲਾਂ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜ ਲੈਂਦੇ ਹੋ। जो आत्मा में चलने वाले सेवक भाई बहन हैं, उनको मैं बोलता हूँ, इनका जो आपका समय खराब कर रहे हैं ये, ਜੋ ਆਤਮਾ ਦੇ ਨਾਲ ਚੱਲਣ ਵਾਲੇ ਭੈਣ ਭਾਈ ਵਿਸ਼ਵਾਸੀ ਜਾਂ ਸੇਵਕ ਲੋਕ ਆ, ਉਹਨਾਂ ਨੂੰ ਮੈਂ ਦੱਸਦਾ ਕਿ ਅਜਿਹੇ ਲੋਕ ਤੁਹਾਡਾ ਸਮਾਂ ਬਰਬਾਦ ਕਰ ਰਹੇ ਆ। इनके अंदर बहकाने वाली आत्मा आई है जो सत्य से हमको अलग कर रही है। ਇਹਨਾਂ ਦੇ ਅੰਦਰ ਭਰਮਾਉਣ ਵਾਲਾ ਆਤਮਾ ਆਇਆ ਹੈ ਜੋ ਤੁਹਾਨੂੰ ਸੱਚਾਈ ਤੋਂ ਦੂਰ ਕਰ ਰਿਹਾ ਹੈ। इसलिए पौलुस ये भी बोलता है, जैसे सांप ने हवा को बहकाया, ਇਸ ਲਈ ਪ੍ਰਭੂ ਦਾ ਦਾਸ ਪੌਲੁਸ ਲਿਖਦਾ ਹੈ ਕਿ ਜਿਵੇਂ ਸੱਪ ਨੇ ਆਪਣੀ ਖੱਚਰ ਵਿਦਿਆ ਨਾਲ ਹਵਾ ਨੂੰ ਭਰਮਾਇਆ, उल्टी शिक्षा लेकर बहका दिया, ਉਲਟੀ ਸਿੱਖਿਆ ਦੇ ਕੇ ਭਰਮਾ ਲਿਆ, परमेश्वर के पवित्र प्रेम से अलग कर दिया, ਪਰਮੇਸ਼ਰ ਦੇ ਪਵਿੱਤਰ ਪਿਆਰ ਤੋਂ ਅੱਡ ਕਰ ਦਿੱਤਾ, सच्चाई से हटा दिया। ਸੱਚਾਈ ਤੋਂ ਹਟਾ ਦਿੱਤਾ। आज सांप नहीं आएगा भाइयों। ਅੱਜ ਸੱਪ ਨਹੀਂ ਆਏਗਾ ਭੈਣੋ ਤੇ ਭਰਾਵੋ। सांप की संतान से निकले हुए झूठे सेवक रुपए के लिए तनख्वाह लेने वाले घर घर में जा रहे हैं। ਸੱਪ ਦੀ ਸੰਤਾਨ ਪੈਸੇ ਦੀ ਸੇਵਾ ਕਰਨ ਵਾਲੇ ਸੇਵਕ ਘਰ ਘਰ ਜਾ ਰਹੇ ਹਨ। झूठे सेवक, ਝੂਠੇ ਸੇਵਕ, ਲੋਭੀ ਸੇਵਕ सत्य वचन को बिगाड़ रहे हैं। ਜੋ ਸੱਚਾਈ ਦੇ ਵਚਨ ਨੂੰ ਵਿਗਾੜ ਰਹੇ ਹਨ। होश में आइए, ਹੋਸ਼ ਦੇ ਵਿੱਚ ਆ ਜਾਈਏ, होश में आइए, ਹੋਸ਼ ਦੇ ਵਿੱਚ ਆ ਜਾਈਏ, सत्य वचन के ऊपर बने रहे। ਸੱਚਾਈ ਦੇ ਵਚਨ ਤੇ ਬਣੇ ਰਹੀਏ। आमीन। ਆਮੀਨ। पौलुस को सत्य वचन समझ में आ गया, ਪੌਲਸ ਨੂੰ ਸੱਚਾਈ ਦੇ ਵਚਨ ਦੀ ਸਮਝ ਲੱਗ ਗਈ। इसलिए वो कहता, कौन मुझे मसीह के प्रेम से ਇਸ ਲਈ ਉਹ ਕਹਿੰਦਾ ਕੌਣ ਮੈਨੂੰ ਮਸੀਹ ਦੇ ਪ੍ਰੇਮ ਤੋਂ ਅੱਡ ਕਰੇਗਾ। यानी मसीह के प्रेम ने उसके अंदर जन्म ले लिया था। ਕਿਉਂਕਿ ਮਸੀਹ ਦੇ ਪਿਆਰ ਨੇ ਇਹਦੇ ਅੰਦਰ ਜਨਮ ਲੈ ਲਿਆ ਹੈ। आमीन। ਆਮੀਨ। मसीह मेरे मन में जन्म लेना है। ਮਸੀਹ ਨੇ ਮੇਰੇ ਮਨ ਦੇ ਵਿੱਚ ਜਨਮ ਲੈਣਾ ਹੈ। पौलुस बोलता है, मसीह तुम्हारे मन में बसे। ਪੌਲਸ ਬੋਲਦਾ ਮਸੀਹ ਨੇਚਾ ਦੇ ਦੁਆਰਾ ਤੁਹਾਡੇ ਮਨਾਂ ਦੇ ਵਿੱਚ ਵਸੇ। आपकी जेब में नहीं, जब चाहे निकाल ले। ਤੁਹਾਡੀ ਜੇਬ ਦੇ ਵਿੱਚ ਨਹੀਂ ਕਿ ਜਦੋਂ ਜੀ ਕੀਤਾ ਬਾਹਰ ਕੱਢ ਲਿਆ, फायदे के लिए नहीं, ਫਾਇਦੇ ਲਈ ਨਹੀਂ। और मन में बस गया है। ਮਸੀਹ ਮਨ ਦੇ ਵਿੱਚ ਵਸ ਗਿਆ ਹੈ। पीछे चलने को सौभाग्य भी दे दिया, तारीफ करेंगे यीशु की, तारीफ करेंगे यीशु की भलाइयों को याद करके, तारीफ करेंगे यीशु की, तारीफ करेंगे। आइए हम प्रार्थना करें। ਆइए ਅਸੀਂ ਪ੍ਰਾਰਥਨਾ ਕਰਾਂਗੇ। पौलुस को ये बात समझ में आ गया, ਪੌਲਸ ਨੂੰ ਇਸ ਗੱਲ ਦੀ ਸਮਝ ਲੱਗ ਗਈ। मेरा परमेश्वर यहोवा ਮੇਰਾ ਪਰਮੇਸ਼ਰ ਯਹੋਵਾ, हम पापियों के लिए ਅਸੀਂ ਪਾਪੀ ਸੀ, ਸਾਡੇ ਲਈ मनुष्य के रूप में आया है। ਮਨੁੱਖ ਦੇ ਰੂਪ ਵਿੱਚ ਆਇਆ ਹੈ। कुंवारी मरियम के गर्भ में आया है।
ਕੁਆਰੀ ਮਰੀਮ ਦੇ ਗਰਭ ਦੇ ਵਿੱਚ ਆਇਆ ਹੈ। जिस यीशु से मैं नफरत करता था, ਜਿਸ ਯੀਸ਼ੂ ਦੇ ਨਾਲ ਮੈਂ ਨਫ਼ਰਤ ਕਰਦਾ ਸੀ, वो ही यीशु मेरा मसीह है। ਉਹੀ ਯੀਸ਼ੂ ਮੇਰਾ ਮਸੀਹ ਹੈ। हालेलुया। ਹਾਲੇਲੂਇਆ। उनको बात समझ में आ गई। ਉਹਨਾਂ ਨੂੰ ਗੱਲ ਦੀ ਸਮਝ ਲੱਗ ਗਈ। अभी वो कहता है कौन मुझे मसीह के प्रेम से ਹੁਣ लगाएगा। ਉਹ ਕਹਿੰਦਾ ਹੈ ਕੌਣ ਸਾਨੂੰ ਮਸੀਹ ਦੇ ਪਿਆਰ ਤੋਂ ਅੱਡ ਕਰੇਗਾ। मसीह के पीछे फायदे के लिए नहीं आना, ਮਸੀਹ ਦੇ ਪਿੱਛੇ ਫਾਇਦਾ ਲੈਣ ਦੇ ਲਈ ਨਹੀਂ ਆਉਣਾ, मसीह के लिए कुर्बानी देने के लिए आना है। ਮਸੀਹ ਦੇ ਲਈ ਕੁਰਬਾਨੀ ਦੇਣ ਦੇ ਲਈ ਆਉਣਾ ਹੈ। वो है मसीह का प्रेम। ਉਹ ਹੈ ਮਸੀਹ ਦਾ ਪ੍ਰੇਮ। प्रभु ਪ੍ਰਭु आज का वचन ਅੱਜ ਦਾ वचन हमारे हृदय में आ जाए। ਸਾਡੇ ਮਨਾਂ ਦੇ ਵਿੱਚ ਆ ਜਾਏ। प्रभु हम आत्मा में बढ़ने वाले बन जाए। ਪ੍ਰਭੂ ਅਸੀਂ ਆਤਮਾ ਦੇ ਵਿੱਚ ਵਧਣ ਵਾਲੇ ਬਣ ਜਾਈਏ, सिद्धता की ओर बढ़े। ਸਿੱਧਤਾ ਦੇ ਵੱਲ ਵਧਦੇ ਜਾਈਏ। हमारा स्वभाव तेरे समान बनता जाए। ਸਾਡਾ ਸੁਭਾਅ ਤੇਰੇ ਸਮਾਨ ਬਣਦਾ ਜਾਏ। हे पिता, ਇਹ ਪਿਤਾ हमारी विनती को ग्रहण करें। ਸਾਡੀ ਬੇਨਤੀ ਨੂੰ ਕਬੂਲ ਕਰੋ। यीशु मसीह के पवित्र नाम से मांगते हैं। ਯੀਸ਼ੂ ਮਸੀਹ ਦੇ ਪਵਿੱਤਰ ਨਾਮ ਦੇ ਵਿੱਚ ਮੰਗਦੇ ਹਾਂ। आमीन। ਆਮੀਨ।